ਇੱਕ ਓੰਕਾਰ ਸਤਿਗੁਰ ਪ੍ਰਸਾਦ। ਪੌੜੀ ਪਹਿਲੀ। ਸਭ ਤੂੰ ਨੀਵੀਂ ਧਰਤ ਹੋਏ, ਦਰਗਹਿ ਅੰਦਰ ਮਿਲੀ ਵਡਾਈ। ਕੋਈ ਗੋਡੈ ਵਾਹੈ ਹਲ ਕੋ, ਮਲ ਮੂਤ ਕਸੂਤ ਕਰਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੂੰ ਨੀਵੀਂ ਧਰਤ ਹੋਏ, ਦਰਗਹਿ ਅੰਦਰ ਮਿਲੀ ਵਡਾਈ। 16ਵੀਂ ਵਾਰ ਦੀ ਪਹਿਲੀ ਪੌੜੀ ਵਿੱਚ ਭਾਈ ਗੁਰਦਾਸ ਜੀ ਧਰਤੀ ਦਾ ਇੱਕ ਦ੍ਰਿਸ਼ਟਾਂਤ ਆਪਾਂ ਨੂੰ ਦਿੰਦੇ ਹਨ ਕਿ ਧਰਤੀ ਜਿਹੜੀ ਹੈ ਕਿੰਨੀ ਮਹਾਨ ਹੈ। ਧਰਤੀ ਤੋਂ ਫਿਰ ਗੁਰਸਿੱਖਾਂ ਨੂੰ ਹੋਰ ਵੀ ਉੱਚਾ ਦਿਖਾਉਂਦੇ ਹਨ ਵੀ ਭਾਵੇਂ ਧਰਤੀ ਕਿੰਨੀ ਵੀ ਮਹਾਨ ਹਨ, ਪਰ ਜਿਹੜੇ ਗੁਰੂ ਸਿੱਖ ਹਨ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਾ ਉਹ ਧਰਤੀ ਨਾਲੋਂ ਵੀ ਮਹਾਨ ਹਨ। ਸੋ ਥੋੜੇ ਜਿਹੇ ਦ੍ਰਿਸ਼ਟਾਂਤ ਐਗਜ਼ਾਮਪਲ ਦੇ ਕੇ ਭਾਈ ਗੁਰਦਾਸ ਜੀ ਕਹਿੰਦੇ ਹਨ, ਸਭ ਤੂੰ ਨੀਵੀਂ ਧਰਤ ਹੋਏ। ਦੇਖੋ ਜਿੱਥੇ ਤੱਕ ਆਪਣੀ ਨਿਗਾਹ ਜਾਂਦੀ ਹੈ ਸਭ ਤੋਂ ਨੀਵੀਂ ਧਰਤੀ ਹੁੰਦੀ ਹੈ। ਧਰਤੀ ਜਿਹੜੀ ਹੈ ਹਮੇਸ਼ਾ ਹੀ ਨੀਵੀਂ ਰਹਿੰਦੀ ਹੈ, ਦਰਗਹਿ ਅੰਦਰ ਮਿਲੀ ਵਡਾਈ। ਪਰ ਇਹ ਨੀਵੀਂ ਹੋਈ ਧਰਤੀ ਨੂੰ ਵਡਿਆਈ ਦਰਗਾਹ ਵਿੱਚ ਮਿਲੀ ਹੈ। ਪਰਮਾਤਮਾ ਦੇ ਦਰਬਾਰ ਦੇ ਵਿੱਚ ਧਰਤੀ ਨੂੰ ਹੀ ਵਡਿਆਈ ਮਿਲੀ ਹੈ। ਜੋ ਧਰਤੀ ਆਪਣੇ ਆਪ ਨੂੰ ਨੀਵਾਂ ਅਖਾਉਂਦੀ ਹੈ, ਨੀਵੇਂ ਥਾਂ ਤੇ ਰਹਿਣ ਵਾਲੀ ਹੈ, ਇਹਨੂੰ ਵਡਿਆਈ ਦਰਗਾਹ ਪਰਮਾਤਮਾ ਤੋਂ ਮਿਲੀ ਹੈ। ਸੋ ਇੱਥੇ ਜਿਹੜਾ ਹੈ ਭਾਈ ਗੁਰਦਾਸ ਨੇ ਉਹ ਗੱਲ ਆਪਾਂ ਨੂੰ ਸਮਝਾਈ ਹੈ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਓ। ਸੋ ਕਹਿੰਦੇ ਇਹ ਪੁਕਾਰ ਜਿਹੜੀ ਸੀ ਧਰਤੀ ਦੀ ਪੁਕਾਰ ਸੀਗੀ, ਜਿਹਨੂੰ ਸੁਣ ਕਰਕੇ ਪਰਮੇਸ਼ਰ ਨੇ ਆਪ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਵਿੱਚ ਪ੍ਰਗਟ ਹੋਏ। ਸੋ ਜਿਸ ਵੇਲੇ ਵੀ ਇਹ ਧਰਤੀ ਨੇ ਪੁਕਾਰ ਕੀਤੀ, ਜਿਵੇਂ ਸਤਜੁਗ ਵਿੱਚ ਕੀਤੀ ਜਾਂ ਤ੍ਰੇਤੇ ਵਿੱਚ ਕੀਤੀ ਜਾਂ ਦੁਆਪਰ ਵਿੱਚ ਕੀਤੀ, ਸਮੇਂ ਸਿਰ ਜਿਹੜੇ ਹਨ ਵਿਸ਼ਨੂੰ ਨੇ ਜਿਹੜਾ ਹਨ ਅਵਤਾਰ ਲਏ। ਤੋ ਜਿਵੇਂ ਤ੍ਰੇਤੇ ਯੁੱਗ ਵਿੱਚ ਰਾਮਚੰਦਰ ਹੋ ਕੇ ਆਏ, ਦੁਆਪਰ ਵਿੱਚ ਕ੍ਰਿਸ਼ਨ ਭਗਵਾਨ ਹੋ ਕੇ ਆਏ। ਜਿਸ ਵੇਲੇ ਵੀ ਧਰਤੀ ਨੇ ਪੁਕਾਰ ਕੀਤੀ ਪਰਮੇਸ਼ਰ ਨੇ ਇਹ ਪੁਕਾਰ ਨੂੰ ਸੁਣਿਆ ਤੇ ਆਪ ਇਸ ਦਾ ਭਾਰ ਹੌਲਾ ਕਰਨ ਵਾਸਤੇ, ਕਿਉਂਕਿ ਧਰਤੀ ਜਿੰਨਾ ਵੀ ਭਾਰ ਸਹਾਰ ਸਕਦੀ ਹੈ ਪਰ ਪਾਪਾਂ ਦਾ ਭਾਰ ਨਹੀਂ ਇਹ ਤੋਂ ਸਹਾਰਿਆ ਜਾਂਦਾ। ਇਸ ਕਰਕੇ ਇਹ ਧਰਤੀ ਦੀ ਪੁਕਾਰ ਪਰਮਾਤਮਾ ਸੁਣਦਾ ਹੈ। ਇਸ ਕਰਕੇ ਹੀ ਇਸ ਨੂੰ ਜਿਹੜੀ ਮਾਨ ਮਿਲਿਆ ਹੈ ਪਰਮਾਤਮਾ ਦੀ ਦਰਗਾਹ ਵਿੱਚੋਂ। ਕੋਈ ਗੋਡੈ ਵਾਹੇ ਹਲ ਕੋ, ਕੋਈ ਗੋਡੀ ਕਰਦਾ ਹੈ। ਹੋਏ ਜਿਵੇਂ ਕਹਿੰਦੇ ਹਨ, ਕਈ ਗੋਡੀ ਕਰਦੇ ਹਨ, ਥੋੜੀ ਧਰਤੀ ਪੁੱਟਦੇ ਹਨ, ਜਾਂ ਜਿਹੜੇ ਹਨ ਹਲ ਜਾਂ ਕੋਈ ਜਿਹੜੇ ਖੇਤੀ ਹੋਵੇ ਉਹਦੇ ਵਿੱਚੋਂ ਜਿਹੜੇ ਵਾਧੂ ਘਾਟੂ ਘਾਹ ਉਗ ਜਾਂਦੇ ਹਨ ਉਹਨਾਂ ਨੂੰ ਪੁੱਟਿਆ ਜਾਂਦਾ, ਉਹਨੂੰ ਗੋਡੀ ਕਹਿੰਦੇ ਹਨ। ਤੇ ਦੂਜਾ ਪਲਾਉ ਜਿਹੜਾ ਹੈ ਜਾਂ ਹਲ ਜਿਹੜਾ ਵਾਹੁਣਾ ਹੈ। ਦੇਖੋ ਧਰਤੀ ਆਪਣਾ ਹਿਰਦਾ ਚਰਾਉਂਦੀ ਹੈ। ਧਰਤੀ ਨੂੰ ਕੋਈ ਪੁੱਟ ਕੇ ਵਿੱਚੋਂ ਉਸ ਦਾ ਜਿਹੜਾ ਮਿੱਟੀ ਨੂੰ ਜਿਹੜਾ ਹੈ ਫਲੋਲ ਕੇ ਜਿਹੜਾ ਹਨ ਇਸੇ ਤਰ੍ਹਾਂ ਜਿਹੜਾ ਹਨ ਹਲ ਵਾਹੁੰਦੇ ਹਨ। ਦੇਖੋ ਕਿੰਨਾ ਬੁਰਾ ਹਾਲ ਇਹ ਧਰਤੀ ਦਾ ਲੋਕ ਕਰਦੇ ਹਨ। ਮਲ ਮੂਤ ਕਸੂਤ ਕਰਾਈ। ਇਹ ਧਰਤੀ ਦੇਖੋ ਜਿੰਨੇ ਵੀ ਮਲ ਮੂਤਰ ਹਨ, ਜੇ ਭਾਵੇਂ ਯੂਰਿਨ ਹੋਇਆ, ਭਾਵੇਂ ਜਿਹੜਾ ਹੈ ਮੋਸ਼ਨ ਜਿਹੜਾ ਹੈ ਜਾਂ ਜਿਹੜਾ ਡਿਸਚਾਰਜ ਹੁੰਦਾ ਹੈ ਸੋਲਿਡ ਜਿਹੜਾ ਸਰੀਰ ਦੇ ਵਿੱਚੋਂ, ਸੋ ਟੱਟੀ ਪਿਸ਼ਾਬ ਨੂੰ ਵੀ ਇਹ ਜਿਹੜੀ ਧਰਤੀ ਆਪਾਂ ਜਿਹੜਾ ਹਨ ਸਹਾਰਦੀ ਹੈ। ਜਿੰਨੇ ਵੀ ਜਿਹੜਾ ਹਨ ਮਲ ਮੂਤਰ ਹੈ ਇਹ ਧਰਤੀ ਆਪਣੇ ਆਪ ਵਿੱਚ ਉਹਨੂੰ ਜਿਹੜਾ ਐਬਜ਼ੌਰਬ ਕਰਦੀ ਹੈ, ਆਪਣੇ ਵਿੱਚ ਰੱਖਦੀ ਹੈ। ਦੂਸਰੀ ਇਹ ਗੱਲ ਹੈ ਜਦੋਂ ਬੰਦਾ ਮਰ ਜਾਂਦਾ ਹੈ ਉਹਨੂੰ ਕੋਈ ਵੀ ਸੰਭਾਲਣ ਵਾਲਾ ਨਹੀਂ ਹੁੰਦਾ, ਕੋਈ ਵੀ ਉਹਨੂੰ ਆਪਣੇ ਘਰ ਵਿੱਚ ਰੱਖਣਾ ਨਹੀਂ ਚਾਹੁੰਦਾ। ਧਰਤੀ ਨੂੰ ਹੀ ਪੁੱਟ ਕੇ ਉਸ ਨੂੰ ਅੰਦਰ ਦੱਬਿਆ ਜਾਂਦਾ ਹੈ, ਜਿਵੇਂ ਮੁਸਲਮਾਨ ਦਬਾਉਂਦੇ ਹਨ। ਸੋ ਕਹਿੰਦੇ ਉਹ ਧਰਤੀ ਵਿਚਾਰੀ ਜਿਹੜੀ ਹੈ ਮੋਇਆ ਹੋਇਆ ਸਰੀਰਾਂ ਨੂੰ ਵੀ ਸੰਭਾਲਦੀ ਹੈ, ਜਿਹਨੂੰ ਕੋਈ ਵੀ ਨਹੀਂ ਸੰਭਾਲਣਾ ਚਾਹੁੰਦਾ। ਸੋ ਇਹ ਧਰਤੀ ਜਿਹੜੀ ਹੈ ਦੇਖੋ ਆਪਣਾ ਜਿਹੜਾ ਹੈ ਆਪਣਾ ਜਿਹੜਾ ਸਰੀਰ ਆਪਣੀ ਛਾਤੀ ਨੂੰ ਚਰਾਉਂਦੀ ਹੈ ਤੇ ਫਿਰ ਮਲ ਮੂਤਰ ਨੂੰ ਵੀ ਸੰਭਾਲਦੀ ਹੈ। ਇੰਨੀ ਨੀਵੀਂ ਹੈ ਇਹ ਧਰਤੀ। ਲੈਂਬ ਰਸੋਈ ਕੋ ਕਰੈ। ਦੇਖੋ ਧਰਤੀ ਦੀ ਮਿੱਟੀ ਨੂੰ ਲੈ ਕੇ ਕੋਈ ਜਿਹੜਾ ਹੈ ਲਿੰਬ ਜਿਹੜਾ ਹਨ ਪਲਾਸਟਰ ਕਰਕੇ ਉਹ ਆਪਣੀ ਰਸੋਈ ਕਿਚਨ ਬਣਾਉਂਦੇ ਹਨ ਜਿੱਥੇ ਖਾਣਾ ਬਣਦਾ ਹੈ। ਤੇ ਕਈ ਜਿਹੜੇ ਹਨ ਦੇਖੋ ਉਹ ਜਿਹੜਾ ਹੈ ਇਹ ਪੁਰਾਣੇ ਸਮੇਂ ਦੇ ਵਿੱਚ ਰਸੋਈਆਂ ਜਿਹੜੀਆਂ ਸਨ ਆਮ ਕਰਕੇ ਧਰਤੀ ਨੂੰ ਲਿੰਬਣ ਕਰਕੇ ਬਣਿਆ ਕਰਦੀਆਂ ਸਨ। ਸੋ ਧਰਤੀ ਜਿਹੜਾ ਮਿੱਟੀ ਦਾ ਪਲਾਸਟਰ ਕਰਕੇ ਇਹ ਬਣਾਈਆਂ ਜਾਂਦੀਆਂ ਸਨ। ਜਿਵੇਂ ਜਿਹੜੇ ਹਨ
ਬ੍ਰਾਹਮਣ ਲੋਕ ਹਨ, ਉਹ 2 ਇੰਚ ਧਰਤੀ ਨੂੰ ਪੁੱਟ ਕੇ ਨਵੀਂ ਮਿੱਟੀ ਉੱਤੇ ਪਾ ਕੇ ਫੇਰ ਕਿਤੇ ਜਾ ਕੇ ਉੱਥੇ ਗੋਹੇ ਦਾ ਲਿਪਣ ਕਰਕੇ ਫੇਰ ਜਾ ਕੇ ਆਪਣਾ ਖਾਣਾ ਬਣਾਉਂਦੇ ਹਨ। ਐਸੀਆਂ ਰੀਤਾਂ ਨੂੰ ਵੀ ਜਿਹੜਾ ਹਨ ਇਹ ਧਰਤੀ ਤੇ ਹੀ ਹੁੰਦੀਆਂ ਹਨ। ਚੋਆ ਚੰਦਨ ਪੂਜ ਚੜਾਈ। ਫਿਰ ਇਹੀ ਧਰਤੀ ਹੈ ਜਿਹਨੂੰ ਚੋਆ ਚੰਦਨ ਸੈਂਡਲਵੁੱਡ ਦੇ ਨਾਲ ਇਹਨੂੰ ਮਿਲਾ ਕੇ ਪੂਜਾ ਵਾਸਤੇ ਵਰਤਿਆ ਜਾਂਦਾ ਹੈ। ਜਿਹਾ ਬੀਜੈ ਸੋ ਲੁਣੈ। ਹੁਣ ਦੇਖੋ ਇਹ ਧਰਤੀ ਦਾ ਇੱਕ ਨਿਯਮ ਹੈ। ਧਰਤੀ ਜਿਹੜੀ ਹੈ ਜਿਹਾ ਬੀਜੈ, ਇਹਦੇ ਵਿੱਚ ਜੈਸਾ ਕੋਈ ਬੀਜੇਗਾ ਤੈਸਾ ਹੀ ਵੱਢ ਲੇਗਾ। ਇਹ ਧਰਤੀ ਐਸੀ ਹੈ, ਜੈਸਾ ਵੀ ਇਹਦੇ ਵਿੱਚ ਕੋਈ ਬੀਜਦਾ ਹੈ ਉਹੀ ਫਲ, ਉਹੀ ਜਿਹੜੇ ਹਨ ਖੇਤੀ ਉਹਨੂੰ ਕਰਕੇ ਦਿੰਦੀ ਹੈ ਧਰਤੀ। ਦੇਖੋ ਇਨਸਾਨ ਦਾ ਕੰਮ ਕਿੰਨਾ ਥੋੜਾ ਹੈ, ਉਹਨੇ ਸਿਰਫ ਇੱਕ ਬੀਜ ਸੁੱਟਣਾ ਹੈ ਵਿੱਚ, ਤੇ ਇਹ ਧਰਤੀ ਨੇ ਆਪਣੇ ਆਪ ਹੀ ਸਾਰਾ ਬਾਕੀ ਦਾ ਕੰਮ ਆਪ ਹੀ ਕਰਨਾ ਹੈ। ਆਪ ਹੀ ਉਹਨੂੰ ਪਾਣੀ ਸੰਭਾਲਣਾ ਉਹਦੇ ਵਿੱਚ, ਆਪੇ ਉਹ ਬੀਜ ਨੂੰ ਜਿਹੜਾ ਉਗਾਉਣਾ ਹੈ, ਇਹ ਸਾਰਾ ਕੰਮ ਧਰਤੀ ਆਪਣੇ ਆਪ ਕਰਦੀ ਹੈ। ਜਿਹਾ ਬੀਓ ਤੇਹਾ ਫਲ ਪਾਈ। ਪਰ ਗੱਲ ਇੰਨੀ ਹੈ, ਭਾਈ ਗੁਰਦਾਸ ਜੀ ਕਹਿੰਦੇ ਜਿਹਾ ਬੀਓ, ਜੈਸਾ ਕੋਈ ਬੀਜ ਬੀਜਦਾ ਹੈ ਫਲ ਵੀ ਉਹਨੂੰ ਤੈਸਾ ਹੀ ਧਰਤੀ ਦਿੰਦੀ ਹੈ। ਭਾਵੇਂ ਉਹ ਜਿਹੜਾ ਕੋਈ ਪਾਪੀ ਵੀ ਪੁਰਸ਼ ਹੋਵੇ, ਭਾਵੇਂ ਉਹ ਭੈੜਾ ਪੁਰਸ਼ ਹੋਵੇ, ਭਾਵੇਂ ਉਹ ਕੋਈ ਸੰਤ ਜਨ ਹੋਵੇ, ਪਰ ਬੀਜ ਬੀਜਿਆ ਹੋਇਆ ਕਿਸੇ ਦਾ ਵੀ ਜਿਹੜਾ ਹੈ ਉਹੀ ਉਹਨੂੰ ਫਲ ਮਿਲਦਾ ਹੈ। ਉਹ ਕਿਸੇ ਨਾਲ ਧੱਕਾ ਨਹੀਂ ਕਰਦੀ। ਇਹ ਧਰਤੀ ਜਿਹੜੀ ਐਸੀ ਹੈ, ਸੋ ਇਹ ਧਰਤੀ ਜਿਹੜਾ ਹਨ ਵਿਤਕਰਾ ਨਹੀਂ ਕਰਦੀ, ਡਿਸਕ੍ਰਿਮੀਨੇਸ਼ਨ ਨਹੀਂ ਕਰਦੀ। ਭਾਵੇਂ ਉਹ ਜਿਹੜਾ ਹਨ ਬੀਜ ਕਿਸੇ ਦਾ ਵੀ ਬੀਜਿਆ ਹੋਵੇ, ਧਰਤੀ ਨੂੰ ਜਿਹੜਾ ਬੀਜ ਮਿਲਿਆ ਉਹੀ ਉਹਨੇ ਉਗਾ ਕੇ ਉਹੀ ਫਲ ਵਾਪਸ ਦੇਣਾ ਹੈ। ਦੇਖੋ ਇੱਕ ਬੀਜ ਕੋਈ ਬੀਜਦਾ ਹੈ, ਉਸਦੇ ਬਦਲੇ ਹਜ਼ਾਰਾਂ ਹੀ ਜਿਹੜੇ ਫਲ ਇਹ ਧਰਤੀ ਦਿੰਦੀ ਹੈ। ਇੱਕ ਬੀਜ ਦੇ ਬਦਲੇ ਕਿੰਨੇ ਹੀ ਹੋਰ ਫਲ ਦਿੰਦੀ ਹੈ ਤੇ ਕਿੰਨੇ ਸਾਲਾਂ ਤੱਕ ਦਿੰਦੀ ਰਹਿੰਦੀ ਹੈ। ਸੋ ਇਉਂ ਕਰਕੇ ਜਿਹੜਾ ਹੈ ਇਹ ਧਰਤੀ ਦਾ ਪਰ ਉਪਕਾਰ ਹੈ। ਗੁਰਮੁਖ ਸੁਖ ਫਲ ਸਹਿਜ ਘਰ। ਹੁਣ ਭਾਈ ਗੁਰਦਾਸ ਜੀ ਗੁਰਮੁਖ ਜਿਹੜੇ ਗੁਰੂ ਦੀ ਮੱਤ ਨੂੰ ਲੈਣ ਵਾਲੇ ਹਨ, ਜੋ ਗੁਰੂ ਦੀ ਮੱਤ ਨੂੰ ਧਾਰਨ ਕਰਨ ਵਾਲੇ ਹਨ, ਹੁਣ ਕਹਿੰਦੇ ਇਹ ਜਿਹੜੇ ਗੁਰਮੁਖ ਹਨ ਨਾ, ਕਹਿੰਦੇ ਇਹ ਸੁੱਖ ਫਲ, ਉਹ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਉਹ ਸੁੱਖਾਂ ਦਾ ਫਲ ਹੈ। ਕਹਿੰਦੇ ਸਹਿਜ ਘਰ, ਜੋ ਸਹਿਜ ਘਰ, ਜੋ ਪ੍ਰਮਾਤਮਾ ਦੇ ਘਰ ਦੀ ਪ੍ਰਾਪਤੀ ਕਰਾਉਣ ਵਾਲੇ ਨੇ, ਜੋ ਨਿਜ ਸਰੂਪ ਦੇ ਵਿੱਚ ਮਰਜ ਕਰਾਉਣ ਵਾਲੇ ਨੇ, ਜੋ ਇਕਮਿਕ ਕਰਨ ਵਾਲੇ ਨੇ, ਇਹ ਜਿਹੜਾ ਨਾਮ ਹੈ ਨਾ, ਇਹੀ ਤਾਂ ਗੁਰਮੁਖਾਂ ਨੇ ਇਹ ਜਿਹੜਾ ਬੀਜ ਗੁਰੂ ਤੋਂ ਪ੍ਰਾਪਤ ਕੀਤਾ ਹੈ। ਆਪ ਗਵਾਏ ਨਾ ਆਪ ਗਣਾਈ। ਦੇਖੋ ਹੁਣ ਇਹ ਧਰਤੀ ਨੇ ਭਾਵੇਂ ਜਿਹੜਾ ਬੀਜ ਨੂੰ ਲੈ ਕੇ ਜਿਹੜਾ ਹੈ ਨੀਵੀਂ ਹੋਈ, ਇਹ ਧਰਤੀ ਮਲ ਮੂਤਰ ਨੂੰ ਇਹਨੇ ਸੰਭਾਲਿਆ, ਬੀਜ ਦਾ ਫਲ ਦਰਖਤ ਲਾ ਕੇ ਫਿਰ ਵਾਪਸ ਕਈ ਫਲ ਦਿੱਤੇ। ਕਹਿੰਦੇ ਦੇਖੋ ਧਰਤੀ ਕਿੰਨੀ ਮਹਾਨ ਹੈ, ਪਰ ਕਹਿੰਦੇ ਗੁਰਮੁਖ ਜਿਹੜੇ ਹਨ ਨਾ ਇਹ ਤੋਂ ਵੀ ਮਹਾਨ ਹਨ। ਕਿਸ ਕਰਕੇ? ਕਹਿੰਦੇ ਆਪ ਗਵਾਏ, ਜੋ ਇਹ ਗੁਰਸਿੱਖ ਹਨ ਨਾ, ਕਹਿੰਦੇ ਧਰਤੀ ਤਾਂ ਫਿਰ ਵੀ ਲੋਕ ਜਾਣਦੇ ਨੇ ਇਹ ਧਰਤੀ ਹੈ ਜੀ, ਇਹ ਨਿਵਾਨ ਦੀ ਜਿਹੜਾ ਹਨ ਇਹ ਨਿਮਰਤਾ ਦੀ ਪੁੰਜ ਹੈ। ਲੋਕੀ ਧਰਤੀ ਨੂੰ ਫਿਰ ਵੀ ਜਾਣਦੇ ਨੇ, ਅੱਖਾਂ ਨਾਲ ਦੇਖ ਸਕਦੇ ਹਾਂ ਵੀ ਧਰਤੀ ਹੈ, ਕਿਸੇ ਨੂੰ ਸਮਝ ਪੈ ਜਾਂਦੀ ਹੈ ਵੀ ਧਰਤੀ ਮਹਾਨ ਹੈ। ਪਰ ਕਹਿੰਦੇ ਗੁਰਮੁਖ ਜਿਹੜੇ ਹਨ ਨਾ ਇਹ ਤੋਂ ਵੀ ਮਹਾਨ ਹਨ, ਕਿਉਂਕਿ ਆਪ ਗਵਾਏ। ਕਹਿੰਦੇ ਉਹ ਆਪਣੇ ਆਪ ਨੂੰ ਕਿਤੇ ਵੀ ਕਿਸੇ ਨੂੰ ਨਹੀਂ ਦੱਸਦੇ ਮੈਂ ਕੀ ਕਰ ਰਿਹਾ ਹਾਂ। ਉਹ ਆਪਣੇ ਆਪ ਨੂੰ ਗਵਾ ਕੇ, ਆਪਣੀ ਹਉਮੈ ਨੂੰ ਗਵਾ ਕੇ ਆਪਣਾ ਨਾਮ ਨਹੀਂ ਲਿਖਾਉਂਦੇ, ਕਿਸੇ ਨੂੰ ਦੱਸਦੇ ਨਹੀਂ ਮੈਂ ਇਹ ਕੀਤਾ, ਮੈਂ ਉਹ ਕੀਤਾ। ਉਹ ਆਪਣੇ ਆਪ ਨੂੰ ਗਵਾ ਕੇ ਨਾ ਆਪ ਗਣਾਏ, ਆਪਣੇ ਆਪ ਨੂੰ ਕਿਤੇ ਵੀ ਨਹੀਂ ਗਿਣਦੇ। ਉਹ ਸਾਰਾ ਜਿਹੜਾ ਹਨ ਸੇਵਾ ਕਰਕੇ ਗੁਰੂ ਨੂੰ ਹੀ ਅੱਗੇ ਰੱਖਦੇ ਹਨ ਵੀ ਗੁਰੂ ਦਾ ਕਾਰਜ ਹੈ, ਗੁਰੂ ਨੇ ਹੀ ਕੀਤਾ ਹੈ। ਇਸ ਕਰਕੇ ਜਿਹੜੇ ਆਪਾਂ ਫਤਿਹ ਬੁਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਹੈ ਤੇ ਵਾਹਿਗੁਰੂ ਦੀ ਜਹਾਂ ਜੀ ਕੀ ਫਤਿਹ, ਵੀ ਵਾਹਿਗੁਰੂ ਦੀ ਫਤਿਹ ਹੈ, ਵਾਹਿਗੁਰੂ ਦਾ ਹੀ ਖਾਲਸਾ ਹੈ ਤੇ ਵਾਹਿਗੁਰੂ ਦੀ ਫਤਿਹ ਹੈ। ਤੋ ਇਸ ਗੱਲ ਕਰਕੇ ਆਪ ਗਵਾਏ ਨਾ ਆਪ ਗਣਾਏ, ਉਹ ਆਪਣੇ ਆਪ ਨੂੰ ਗਣਾਉਂਦੇ ਨਹੀਂ। ਧਰਤੀ ਤਾਂ ਫਿਰ ਵੀ ਆਪਣੇ ਆਪ ਨੂੰ ਗਣਾਉਂਦੀ ਹੈ, ਫਿਰ ਵੀ ਪੁਕਾਰ ਕਰਦੀ ਹੈ, ਪਰ ਕਹਿੰਦੇ ਸਿੱਖ ਤਾਂ ਜਿਹੜੇ ਗੁਰਮੁਖ ਨੇ ਉਹ ਧਰਤੀ ਤੋਂ ਕਿੱਡੇ ਵੱਡੇ ਨੇ। ਕਿਉਂਕਿ ਦੇਖੋ ਭਾਈ ਮਤੀ ਦਾਸ ਦਾ ਜਿਹੜਾ ਸਰੀਰ ਜਿਹੜਾ ਹਨ ਆਰੇ ਨਾਲ ਚੀਰਿਆ ਜਾ ਰਿਹਾ ਹੈ, ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਾਹਮਣੇ ਬੈਠੇ ਮਤੀ ਦਾਸ ਜੀ ਨੂੰ ਕਹਿੰਦੇ ਹਨ, ਮਤੀ ਦਾਸ ਦੱਸ ਜੇ ਤੈਨੂੰ ਛਡਾ ਦਈਏ ਤੈਨੂੰ ਦੁਨੀਆ ਦਾ ਰਾਜ ਦੇ ਦਿਆਂਗੇ। ਕਹਿੰਦੇ ਮਤੀ ਦਾਸ ਇੱਕ ਵਾਰੀ ਤੂੰ ਦੱਸ ਦੇ, ਜੇ ਤੂੰ ਆਰੇ ਦੇ ਹੇਠ ਨਹੀਂ ਚੀਰਿਆ ਜਾਣਾ ਚਾਹੁੰਦਾ ਤਾਂ ਤੈਨੂੰ ਜਿਹੜਾ ਇੱਥੇ ਛਡਾ ਕੇ ਤੈਨੂੰ ਦੁਨੀਆ ਦਾ ਰਾਜ ਦਿਆਂਗੇ। ਮਤੀ ਦਾਸ ਨੇ ਹੱਥ ਜੋੜ ਲਏ, ਕਹਿੰਦੇ ਪਾਤਸ਼ਾਹ ਮੈਨੂੰ ਦੁਨੀਆ ਦੇ ਰਾਜ ਬਦਲੇ ਮੈਨੂੰ ਇਹ ਸ਼ਹੀਦੀ ਦੇ ਦਿਓ। ਮੈਨੂੰ ਜਿਹੜਾ ਹੈ ਤੁਹਾਡੇ ਸਾਹਮਣੇ ਜਿਹੜਾ ਹੈ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਜਿਹੜਾ ਆਨੰਦ ਹੈ ਨਾ, ਇਹ ਨਹੀਂ ਮੈਨੂੰ ਮੁੜ ਕੇ ਮਿਲਣਾ। ਰਾਜ ਤਾਂ ਮੈਨੂੰ ਫਿਰ ਵੀ ਮਿਲ ਜਾਣਗੇ, ਕਹਿੰਦੇ ਪਰ ਤੁਹਾਡੀ ਖੁਸ਼ੀ ਨਹੀਂ ਸਾਨੂੰ ਮਿਲਣੀ।
ਦੇਖੋ ਇਹ ਹੁੰਦਾ ਹੈ ਗੁਰਮੁਖ ਜਿਹੜੇ ਹਨ, ਜਿਹੜਾ ਆਪ ਗਵਾਏ ਨਾ ਆਪ ਗਨਾਏ, ਆਪਣੇ ਆਪ ਨੂੰ ਗਣਾਉਂਦੇ ਹੀ ਨਹੀਂ ਹੈਗੇ, ਆਪਣੇ ਗੁਰੂ ਨੂੰ ਹੀ ਵੱਡਾ ਰੱਖਦੇ ਹਨ, ਆਪਣੇ ਗੁਰੂ ਨੂੰ ਅੱਗੇ ਕਰਕੇ ਰੱਖਦੇ ਹਨ। ਸੋ ਇਸ ਕਰਕੇ ਗੁਰਮੁਖ ਜਿਹੜੇ ਮਹਾਨ ਹਨ। ਜਾਗਰਤ ਸੁਪਨ ਸੰਖੋਪਤੀ। ਦੇਖੋ ਹੁਣ 3 ਅਵਸਥਾਵਾਂ ਹਨ, ਜਿਹੜੀ ਜਾਗਰਤ, ਸੁਪਨ ਤੇ ਸੁਕੋਪਤ ਅਵਸਥਾ ਹੈ। ਜਾਗਰਤ ਜਿਹੜੀ ਕੌਨਸ਼ੀਅਸ ਅਵਸਥਾ ਹੈ, ਤੇ ਸੁਪਨ ਅਵਸਥਾ ਜਿਹੜੀ ਸਬ ਕੌਨਸ਼ੀਅਸ ਹੈ, ਤੇ ਅੱਗੇ ਸੁਕੋਪਤੀ ਜਿਹੜੀ ਅਨਕੌਨਸ਼ੀਅਸ ਅਵਸਥਾ ਹੈ। ਸੋ ਇਹ ਤਿੰਨੇ ਅਵਸਥਾ ਜਿਹੜੀਆਂ ਹਨ, ਕਹਿੰਦੇ ਇਹ ਅਵਸਥਾ ਦੇ ਵਿੱਚ ਜਿਹੜੇ ਗੁਰਮੁਖ ਰਹਿੰਦੇ ਹਨ। ਹੁਣ ਦੇਖੋ ਗੁਰਮੁਖ ਦੀ ਮਹਾਨਤਾ ਅੱਗੇ ਹੋਰ ਦੱਸਦੇ ਹਨ ਭਾਈ ਗੁਰਦਾਸ ਜੀ, ਕਹਿੰਦੇ ਦੇਖੋ ਜਾਗਰਤ ਅਵਸਥਾ ਵਿੱਚ ਵੀ ਜਿਹੜਾ ਹਨ ਗੁਰਮੁਖ ਕਿਤੇ ਨਹੀਂ ਆਪਣੇ ਮਨ 'ਚ ਸੋਚਦਾ ਕਿ ਮੈਂ ਕੁਝ ਕੀਤਾ ਹੈ। ਸੁਪਨੇ ਦੇ ਵਿੱਚ ਵੀ ਉਹਦੇ ਵਿੱਚ ਇਹ ਖਿਆਲ ਨਹੀਂ ਆਉਂਦਾ ਕਿ ਮੈਂ ਕੁਝ ਕਰ ਰਿਹਾ ਹਾਂ, ਵੀ ਮੈਂ ਸੇਵਾ ਕਰ ਰਿਹਾ, ਨਹੀਂ ਆਉਂਦਾ। ਤੇ ਕਹਿੰਦੇ ਜਿਹੜਾ ਸੁਕੋਪਤ ਅਵਸਥਾ ਦੇ ਵਿੱਚ ਵੀ ਉਹਦਾ ਆਪਣਾ ਆਪ ਖਤਮ ਹੀ ਹੋ ਜਾਂਦਾ ਹੈ। ਉਹ ਕਿਤੇ ਨਹੀਂ ਆਪਣੇ ਆਪ ਨੂੰ ਦੇਖਦਾ, ਉਹਨੂੰ ਸਾਰੇ ਪਾਸੇ ਗੁਰੂ ਦਿਖਾਈ ਦਿੰਦਾ ਹੈ, ਉਹਨੂੰ ਸਾਰੇ ਪਾਸੇ ਇਉਂ ਦਿਸਦਾ ਹੈ ਕਿ ਗੁਰੂ ਹੀ ਸਭ ਕੁਝ ਕਰ ਰਿਹਾ ਹੈ। ਉਨ ਮਨ ਮਗਨ ਰਹੇ ਲਿਵਲਾਈ। ਦੇਖੋ ਉਨ ਮਨ ਹੋ ਕੇ, ਮਨ ਦੀ ਅਵਸਥਾ ਤੋਂ ਉੱਚਾ ਉੱਠ ਕਰਕੇ ਉਹ ਪਰਮਾਤਮਾ ਵਿੱਚ ਲੀਨ ਹੋ ਕੇ ਰਹਿੰਦੇ ਹਨ। ਹੁਣ ਆਪਣੀ ਲਿਵ, ਆਪਣੀ ਕਨਸੈਂਟਰੇਸ਼ਨ ਪਰਮਾਤਮਾ ਦੀ ਭਗਤੀ ਵਿੱਚ ਲਾ ਕੇ ਰੱਖਦੇ ਹਨ। ਸਾਧ ਸੰਗਤ ਗੁਰ ਸ਼ਬਦ ਕਮਾਈ। ਦੇਖੋ ਗੁਰਮੁਖ ਕਰਦੇ ਕੀ ਹਨ? ਸਾਧ ਸੰਗਤ ਵਿੱਚ ਬਹਿ ਕਰਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਹਨ। ਬਸ ਇਹੀ ਕਰਦੇ ਹਨ। ਉਹਨਾਂ ਦਾ ਸਾਰਾ ਐਫਰਟ ਜਿਹੜਾ ਹੁੰਦਾ ਹੈ ਉਹ ਸਾਧ ਸੰਗਤ ਦੀ ਪ੍ਰਾਪਤੀ ਕਰਦੇ ਹਨ। ਸਾਧ ਸੰਗਤ ਵਿੱਚ ਜਾ ਕੇ ਬੈਠਦੇ ਹਨ, ਜਿੱਥੇ ਗੁਰੂ ਦੀ ਗੱਲ ਹੋਵੇ, ਜਿੱਥੇ ਗੁਰਬਾਣੀ ਦੀ ਵਿਚਾਰ ਹੋਵੇ, ਤੇ ਗੁਰ ਸ਼ਬਦ ਕਮਾਈ, ਉਹ ਗੁਰੂ ਦੇ ਸ਼ਬਦ ਦੀ ਕਮਾਈ ਵਿੱਚ ਹੀ ਆਪਣਾ ਅਟੈਂਸ਼ਨ ਰੱਖਦੇ ਹਨ, ਆਪਣਾ ਫੋਕਸ ਰੱਖਦੇ ਹਨ, ਨਾ ਕਿ ਆਪਣੇ ਨਾਮ ਨੂੰ ਵੱਡਾ ਕਰਨ ਵਾਸਤੇ, ਨਾ ਆਪਣੀ ਵਡਿਆਈ ਕਰਾਉਣ ਵਾਸਤੇ। ਉਹਦੇ ਵਿੱਚ ਨਹੀਂ ਉਹਨਾਂ ਦਾ ਬਿਲਕੁਲ ਵੀ ਜਿਹੜਾ ਹੈ ਉਹਨਾਂ ਦਾ ਇੰਟਰਸਟ ਹੈ। ਉਹਨਾਂ ਦਾ ਇੰਟਰਸਟ ਇਹੀ ਹੈ ਕਿ ਮੈਂ ਵੱਧ ਤੋਂ ਵੱਧ ਮੈਂ ਕਮਾਈ ਕਰ ਲਵਾਂ, ਜੋ ਗੁਰੂ ਨੇ ਕਿਹਾ ਮੈਂ ਕਮਾ ਲਵਾਂ, ਜੋ ਗੁਰੂ ਕਹਿੰਦਾ ਹੈ ਵੀ ਮੈਂ ਉਹੀ ਕਰਾਂ। ਸੋ ਇਉਂ ਜਿਹੜਾ ਹਨ ਇਹ ਭਾਵਨਾ ਹੈ ਗੁਰਸਿੱਖ ਦੀ। ਦੇਖੋ ਧਰਤੀ ਨੇ ਤਾਂ ਫਿਰ ਵੀ ਪੁਕਾਰ ਕਰਦੀ ਹੈ ਨਾ, ਸਿੱਖਾਂ ਨੇ ਤਾਂ ਵੱਡੀਆਂ ਵੱਡੀਆਂ ਸ਼ਹੀਦੀਆਂ ਪਾ ਕੇ ਵੀ ਕਿਤੇ ਇਹ ਨਹੀਂ ਪੁਕਾਰ ਕੀਤੀ ਕਲਗੀਧਰ ਪਾਤਸ਼ਾਹ ਸਾਨੂੰ ਬਚਾ ਲਾ। ਹੁਣ ਮਾਈਆਂ ਜਿਹੜੀਆਂ ਸੀ ਮੀਰ ਮਨੂੰ ਦੀ ਜੇਲ੍ਹ ਦੇ ਵਿੱਚ ਕਿੰਨੇ ਦਿਨਾਂ ਦੀਆਂ ਭੁੱਖੀਆਂ, ਤੇ ਸਵਾ ਮਨ ਦੇ ਪੀਸੇ, ਤੇ ਜਦੋਂ ਅਰਦਾਸ ਕਰਨੀ ਇਹੀ ਕਹਿਣਾ ਨਾ ਕਿ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ 4 ਪੈਰ ਦਿੰਦੇ ਖੁਸ਼ੀ ਨਾਲ ਬਤੀਤ ਹੋਵੇ, ਆਨੰਦ ਵਿੱਚ ਤੁਸੀਂ ਬਤੀਤ ਕੀਤੇ। ਦੇਖੋ ਕੁੱਟ ਵੀ ਖਾਂਦੀਆਂ ਸੀ ਵਿਚਾਰੀਆਂ, ਸੈਂਟੇ ਮਾਰੇ ਜਾਂਦੇ ਸੀਗੇ, ਕੁਝ ਖਾਣ ਨੂੰ ਪੀਣ ਨੂੰ ਨਹੀਂ ਮਿਲਦਾ ਸੀਗਾ। ਸ਼ਾਮ ਨੂੰ ਫਿਰ ਵੀ ਕਹਿਣਾ ਹੇ ਕਲਗੀਧਰ ਪਾਤਸ਼ਾਹ 4 ਪੈਰ ਦਿੰਦੇ ਖੁਸ਼ੀਆਂ ਨਾਲ ਜਿਹੜੇ ਹਨ ਬਤੀਤ ਹੋਏ। ਗਲਾਂ ਵਿੱਚ ਭਾਵੇਂ ਲਿਆ ਕੇ ਬੱਚਿਆਂ ਦੇ ਜਿਹੜਾ ਟੋਟੇ ਕਰਕੇ ਹਾਰ ਪਾ ਦਿੱਤੇ, ਫਿਰ ਵੀ ਮਾਈਆਂ ਨੇ ਇਹੀ ਅਰਦਾਸ ਕੀਤੀ ਸੁੱਖ ਨਾਲ ਬਤੀਤ ਕੀਤਾ ਪਾਤਸ਼ਾਹ, ਸੋ ਆਨੰਦ ਵਿੱਚ ਬਤੀਤ ਹੋਇਆ। ਸੋ ਇਹ ਭਾਵਨਾ ਜਿਹੜੀ ਹੈ, ਦੇਖੋ ਸਿੱਖ ਫਿਰ ਵੀ ਨਹੀਂ ਪੁਕਾਰ ਕਰਦਾ ਕਿ ਪਾਤਸ਼ਾਹ ਤੂੰ ਮੈਨੂੰ ਬਚਾ ਲਾ। ਦੇਖੋ ਪਿੱਛੇ ਵੀ ਆਪਾਂ ਇਹ ਵਿਚਾਰ ਜਿਹੜਾ ਹਨ ਸੁਣੀ ਹੈ, ਭਗਤਾਂ ਨੂੰ ਜਦੋਂ ਜਿਹੜਾ ਹਨ ਦੁਨਿਆਵੀ ਲੋਕਾਂ ਨੇ ਤੰਗ ਕੀਤਾ ਨਾ, ਭਗਤ ਨਾਮਦੇਵ ਜੀ ਨੂੰ ਮੰਦਿਰ ਚੋਂ ਕੱਢ ਦਿੱਤਾ, ਹਾਂਜੀ ਕਬੀਰ ਸਾਹਿਬ ਨੂੰ ਜਿਹੜਾ ਗੰਗਾ ਦੀ ਲਹਿਰਾਂ ਵਿੱਚ ਛੱਡ ਦਿੱਤਾ। ਉਹਨਾਂ ਨੇ ਫਿਰ ਵੀ ਕਿਹਾ ਹੇ ਪਰਮਾਤਮਾ ਮੈਂ ਕੀ ਵਿਗਾੜਿਆ ਸੀਗਾ, ਮੈਂ ਕਿਸੇ ਦਾ ਕੀ ਵਿਗਾੜਿਆ ਜੇ ਤੁਸੀਂ ਮੈਨੂੰ ਐਡੀ ਵੱਡੀ ਸਜ਼ਾ ਦੇ ਰਹੇ ਹੋ। ਫਿਰ ਵੀ ਤਾਂ ਜਿਹੜਾ ਹੈ ਉਹਨਾਂ ਨੇ ਪੁਕਾਰ ਕੀਤੀ ਨਾ, ਤੇ ਪਰਮੇਸ਼ਰ ਨੇ ਆ ਕੇ ਉਹਨਾਂ ਨੂੰ ਬਚਾਇਆ। ਪਰ ਕਹਿੰਦੇ ਗੁਰਸਿੱਖ ਜਿਹੜੇ ਨੇ ਉਹ ਤਾਂ ਉਹਨਾਂ ਵੀ ਨਹੀਂ ਕਰਦੇ, ਉਹ ਤਾਂ ਸ਼ੁਕਰਾਨੇ ਵਿੱਚ ਰਹਿੰਦੇ ਨੇ ਕਿ ਇਹ ਜਾਨ ਜਿਹੜੀ ਹੈ, ਜਿਵੇਂ ਉਹ ਮਾਈਆਂ ਜਿਹੜੀਆਂ ਸਨ ਮੀਰ ਮਨੂੰ ਦੀ ਜੇਲ੍ਹ ਵਿੱਚ, ਉਹ ਤਾਂ ਸ਼ੁਕਰਾਨਾ ਕਰਦੀਆਂ ਸਨ ਕਿ ਕਲਗੀਧਰ ਪਾਤਸ਼ਾਹ ਸਾਡੇ ਬੱਚਿਆਂ ਨੂੰ ਤੂੰ ਨੇ ਕਲੰਕੀ ਬਿਨਾਂ ਕਲੰਕ ਤੋਂ ਜਿਹੜਾ ਹਨ ਤੂੰ ਆਪਣੇ ਜਿਹੜਾ ਹਨ ਹਜ਼ੂਰੀ ਵਿੱਚ ਲੈ ਗਿਆ, ਤੂੰ ਆਪਣੇ ਹਜ਼ੂਰੀ ਵਿੱਚ ਸਮਾ ਲਿਆ, ਤੂੰ ਉਹਨਾਂ ਨੂੰ ਕਬੂਲ ਕਰ ਲਿਆ ਆਪਣੀ ਸੇਵਾ ਵਿੱਚ। ਦੇਖੋ ਏਡੀ ਭਾਵਨਾ ਜਿਹੜੀ ਸਿੱਖਾਂ ਦੀ ਹੈ, ਉਹ ਦੁੱਖ ਵਿੱਚ ਵੀ ਪੁਕਾਰ ਨਹੀਂ ਕਰਦੇ ਕਿ ਸਤਿਗੁਰੂ ਜੀ ਸਾਨੂੰ ਬਚਾ ਲਾ, ਨਹੀਂ ਵੀ ਸਾਨੂੰ ਜਿਹੜਾ ਹੈ ਅਸੀਂ ਖੁਸ਼ ਹਾਂ ਕਿਉਂਕਿ ਇਹ 5 ਭੂਤਕ ਸਰੀਰ ਤੁਹਾਡੀ ਸੇਵਾ ਵਿੱਚ ਲੱਗ ਰਿਹਾ ਹੈ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਹਨ ਸਾਧ ਸੰਗਤ ਗੁਰ ਸ਼ਬਦ ਕਮਾਈ। ਸਿੱਖਾਂ ਦੀ ਤਾਂ ਜਿਹੜੀ ਭਾਵਨਾ ਗੁਰ ਸ਼ਬਦ ਨੂੰ ਕਮਾਉਣ ਵਿੱਚ ਹੀ ਲੱਗੀ ਰਹਿੰਦੀ ਹੈ। ਜਾਗਰਤ ਸੁਪਨ ਸੰਖੋਪਤੀ ਉਨ ਮਨ ਮਗਨ ਰਹੇ ਲਿਵਲਾਈ। ਸਾਧ ਸੰਗਤ ਗੁਰ ਸ਼ਬਦ ਕਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।